ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ, ਸਭ ਤੋਂ ਪਹਿਲਾਂ ਮੈਂ ਸਿਜਦਾ ਕਰਦਾ ਸਾਡੇ ਉਹਨਾਂ ਜੁਝਾਰੂ ਸਾਥੀਆਂ ਨੂੰ ਤੇ ਸਾਡੇ ਸਾਰੇ ਪ੍ਰਧਾਨਾਂ ਨੂੰ ਜਿਨ੍ਹਾਂ ਨੇ ਕੱਲ ਸੰਘਰਸ਼ ਕਰਕੇ ਸਾਡੀ ਆਵਾਜ਼ ਗੂੰਗੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਹੈ। ਤੇ ਧੰਨਵਾਦ ਕਰਦਾ ਹਾਂ ਸਾਰੇ ਹੀ ਜਿਹੜੇ ਸਾਡੇ ਮੀਡੀਆ ਕਰਮਚਾਰੀ ਹੈ ਜਿਨ੍ਹਾਂ ਨੇ ਇਸ ਸੰਘਰਸ਼ ਨੂੰ, ਇਸ ਸਾਡੀ ਆਵਾਜ਼ ਨੂੰ ਜਿਹੜਾ ਸੀਗਾ ਵੱਡੇ ਪੱਧਰ ਦੇ ਉੱਤੇ ਲੋਕਾਂ ਤੱਕ ਪਹੁੰਚਾਇਆ ਹੈਗਾ। ਤੇ ਲੱਖ ਲਾਹਨਤਾਂ ਦਿੰਦਾ ਉਹਨਾਂ ਲੋਕਾਂ ਨੂੰ ਤੇ ਉਹਨਾਂ ਦੇ ਜੰਮਣ ਵਾਲਿਆਂ ਨੂੰ ਜਿਨ੍ਹਾਂ ਨੇ ਕੱਲ ਟੈਲੀਵਿਜ਼ਨ ਦੇ ਉੱਤੇ ਲਾਈਵ ਸਾਡੇ ਹੀ ਸਾਥੀਆਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ, ਇਹ ਕਹਿ ਕੇ ਕਿ ਇਹ ਰੀਪੇਅਰਾਂ ਵਾਲੇ ਨੇ ਜਾਂ ਇਹ ਅਯੋਗ ਨੇ, ਤੇ ਆਪਣੇ ਆਪ ਨੂੰ ਉਹਨਾਂ ਨੇ ਯੋਗ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਕੁਝ ਗੱਲਾਂ ਮੈਂ ਤੁਹਾਡੇ ਨਾਲ ਇਹਦੇ ਸੰਬੰਧ ਦੇ ਵਿੱਚ ਸਾਂਝੀਆਂ ਕਰਾਂਗਾ, ਜੇ ਚੰਗੀਆਂ ਲੱਗੀਆਂ ਤਾਂ ਤੁਸੀਂ ਸਾਂਝੀਆਂ ਜ਼ਰੂਰ ਕਰ ਦੇਣੀਆਂ। ਅੱਗੇ ਇਹ ਪ੍ਰਚਾਰਿਆ ਜਾ ਰਿਹਾ ਹੈਗਾ ਸਰਕਾਰ ਦੇ ਜਿਹੜੇ ਚਮਚੇ ਜਿਹੜੇ ਹੈਗੇ ਨੇਗੇ ਕਿ ਜਿਹੜਾ 10 ਨੰਬਰ ਜਿਹੜੇ ਹੈਗੇ ਨੇਗੇ ਉਹ ਤੁਹਾਨੂੰ ਤਜਰਬੇ ਦੇ ਦਿੱਤੇ ਜਾਣਗੇ ਤੇ ਉਮਰ ਦੇ ਵਿੱਚ ਜਿਹੜੀ ਛੋਟ ਦਿੱਤੀ ਜਾਊਗੀ, ਜਿਹਦੀ ਮਦਦ ਦੇ ਨਾਲ ਤੁਸੀਂ ਕਹਿੰਦੇ ਸਾਰੇ ਸਾਥੀ ਸੈੱਟ ਹੋ ਜਾਓਗੇ। ਮੈਂ ਇਹ ਗੱਲ ਪੁੱਛਣੀ ਚਾਹੁੰਦਾ ਉਹਨਾਂ ਤੋਂ ਕਿ ਇਹ 10 ਨੰਬਰ ਜਿਹੜੇ ਸੀਗੇ ਜਦੋਂ ਬੀਐਡ ਦੀਆਂ ਪੋਸਟਾਂ ਆਈਆਂ ਸੀ, ਮਾਸਟਰ ਕਾਡਰ ਦੀਆਂ, ਉੱਥੇ ਵੀ ਦਿੱਤੇ ਸੀ, ਉੱਥੇ ਕਿੰਨੇ ਕੁ ਸਾਥੀ ਸੈੱਟ ਹੋ ਗਏ? ਇਹ 10 ਨੰਬਰ ਜਿਹੜੇ ਸੀਗੇ ਈਟੀਟੀ ਦੀ ਭਰਤੀ ਹੋਈ ਹੈ ਉੱਥੇ ਵੀ ਦਿੱਤੇ ਸੀ, ਉੱਥੇ ਕਿੰਨੇ ਕੁ ਸਾਥੀ ਸੈੱਟ ਹੋ ਗਏ? ਜੇ ਉੱਥੇ ਸਾਡਾ ਕੋਈ ਸਾਥੀ ਸੈੱਟ ਨਹੀਂ ਹੋਇਆ ਤਾਂ ਤੁਸੀਂ ਇਹ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਐਨਟੀਟੀ ਦੀ ਪੋਸਟ ਦੇ ਉੱਤੇ ਇਹ 10 ਨੰਬਰਾਂ ਦੀ ਮਦਦ ਦੇ ਨਾਲ ਸਾਰੇ ਸਾਥੀ ਸੈੱਟ ਹੋ ਜਾਣਗੇ? ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਕਿ ਜਦੋਂ ਈਟੀਟੀ ਦੀ ਭਰਤੀ ਹੋਈ ਸੀ ਉਦੋਂ ਵੀ ਇਹ 10 ਨੰਬਰ ਤੇ ਉਮਰ ਦੇ ਵਿੱਚ ਛੋਟ ਦਿੱਤੀ ਗਈ ਸੀ। ਈਟੀਟੀ ਵਾਲੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਇਹਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ ਤੇ ਅਗਲੇ ਹੁਕਮਾਂ ਤੱਕ ਇਹਦੇ ਉੱਤੇ ਰੋਕ ਲਾ ਦਿੱਤੀ ਸੀ ਕਿ ਜਦੋਂ ਤੱਕ ਅਦਾਲਤ ਕੋਈ ਹੁਕਮ ਜਾਰੀ ਨਹੀਂ ਕਰਦੀ ਉਦੋਂ ਤੱਕ ਇਹਨਾਂ ਸਾਥੀਆਂ ਨੂੰ ਜੁਆਇਨ ਨਾ ਕਰਵਾਇਆ ਜਾਵੇ। ਤੇ ਉਹ ਹਜੇ ਕੇਸ ਜਿਹੜਾ ਹੈਗਾ ਅਦਾਲਤ ਦੇ ਵਿਚਾਰ ਅਧੀਨ ਹੈਗਾ, ਉਹਦੇ ਉੱਤੇ ਕੀ ਫੈਸਲਾ ਆਉਂਦਾ ਸਾਨੂੰ ਨਹੀਂ ਪਤਾ। ਸਾਡੇ ਪੱਖ ਦੇ ਵਿੱਚ ਵੀ ਜਾ ਸਕਦਾ, ਸਾਡੇ ਵਿਪੱਖ ਦੇ ਵਿੱਚ ਵੀ ਜਾ ਸਕਦਾ ਹੈਗਾ। ਤਾਂ ਉਹੀ ਬਿਲਕੁਲ ਚੀਜ਼ ਐਨਟੀਟੀ ਦੀ ਹੈ। ਜਿਸ ਤਰ੍ਹਾਂ ਈਟੀਟੀ ਦੀਆਂ ਪੋਸਟਾਂ ਦੇ ਉੱਤੇ ਰਿਟ ਪਈ ਸੀ, ਉਵੇਂ ਜ਼ਿਕਰ ਹੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਪ੍ਰੀ ਪ੍ਰਾਇਮਰੀ ਦੀਆਂ ਪੋਸਟਾਂ ਦੇ ਉੱਤੇ ਵੀ ਰਿਟ ਪਊਗੀ। ਰਿਟ ਪਾਊਗਾ ਕੌਣ? ਉਹ ਲੋਕ ਜਿਹੜੇ ਥੋੜੇ ਜਿਹੇ ਨੰਬਰਾਂ ਦੇ ਨਾਲ ਪਿੱਛੇ ਰਹਿਣਗੇ। ਜਿਹੜੇ ਲੋਕ ਥੋੜੇ ਨੰਬਰਾਂ ਨਾਲ ਪਿੱਛੇ ਰਹਿਣਗੇ ਉਹ ਫਿਰ ਇਕੱਠੇ ਹੋਣਗੇ ਤੇ ਉਹ ਇਹਦੇ ਉੱਤੇ ਰਿਟ ਪਾਉਣਗੇ ਕਿ ਇਹਨਾਂ ਨੂੰ ਜਿਹੜਾ 10 ਨੰਬਰ ਦਿੱਤੇ ਹੈਗੇ ਉਹ ਗੈਰ ਸੰਵਿਧਾਨਿਕ ਹੈ। ਗੈਰ ਸੰਵਿਧਾਨਿਕ ਕਿਉਂ ਹੈ? ਕਿ ਤੁਹਾਨੂੰ ਆਪ ਨੂੰ ਵੀ ਸਾਰਿਆਂ ਨੂੰ ਪਤਾ ਹੈ, ਤੁਸੀਂ ਈਟੀਟੀ ਦੀ ਤਿਆਰੀ ਵੇਲੇ ਵੀ ਹੁਣ ਵੀ ਪੜ੍ਹਿਆ ਹੋਣਾ ਹੈ ਜਾਂ ਉਸ ਤੋਂ ਪਹਿਲਾਂ ਵੀ ਪੜ੍ਹਿਆ ਹੋਣਾ ਹੈ, ਜਾਂ ਸਕੂਲਾਂ ਦੇ ਵਿੱਚ ਵੀ ਬਹੁਤੇ ਸਾਥੀ ਜਿਹੜਾ ਹੈਗਾ ਇਹ ਵਿਸ਼ਾ ਪੜ੍ਹਾਉਂਦੇ ਨੇਗੇ, ਤਾਂ ਉਹਦੇ ਵਿੱਚ ਤੁਸੀਂ ਜਿਹੜੇ ਸਾਡੇ ਹੈਗੇ ਨੇ ਫੰਡਾਮੈਂਟਲ ਰਾਈਟਸ, ਮੁੱਢਲੇ ਅਧਿਕਾਰ, ਉਹਦੇ ਵਿੱਚ ਹੀ ਤੁਸੀਂ ਪੜ੍ਹਿਆ ਹੋਊਗਾ ਸਮਾਨਤਾ ਦਾ ਅਧਿਕਾਰ, ਠੀਕ ਹੈ ਨਾ। ਤਾਂ ਇਹ ਜਿਹੜਾ ਇਸ ਕਰਕੇ ਇਹ ਗੈਰ ਕਨਸਟੀਟਿਊਸ਼ਨਲ ਜਿਹੜਾ ਹੈਗਾ, ਸਰਕਾਰ ਕਿਸੇ ਨੂੰ ਖੁਸ਼ ਕਰਨ ਵਾਸਤੇ ਜਾਂ ਕਿਸੇ ਨੂੰ ਫਾਇਦਾ ਦੇਣ ਵਾਸਤੇ ਇੱਕ ਧਿਰ ਨੂੰ ਇਸ ਤਰ੍ਹਾਂ ਦੇ ਨੰਬਰ ਨਹੀਂ ਦੇ ਸਕਦੀ, ਕਿਉਂਕਿ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਪ੍ਰਾਈਵੇਟ ਤੇ ਸਰਕਾਰੀ ਦੋਨੋਂ ਸੈਕਟਰ ਨੇਗੇ, ਦੋਨੋਂ ਬਰਾਬਰ ਨੇਗੇ, ਤੇ ਇਸ ਕਰਕੇ ਕਿਸੇ ਇੱਕ ਦੀ ਜਿਹੜਾ ਹੈਗਾ ਉਹਨੂੰ ਇਸ ਤਰ੍ਹਾਂ ਕਰਨਾ ਮੁਨਾਸਬ ਨਹੀਂ ਹੈਗਾ। ਸਾਡੇ ਉਹ ਸਾਥੀ ਇਹ ਕਹਿੰਦੇ ਨੇ ਕਿ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਸੀਗਾ ਉਹਨਾਂ ਨੂੰ 10% ਅੰਕਾਂ ਦੀ ਜਿਹੜੀ ਸੀਗੀ ਰਿਆਇਤ ਦਿੱਤੀ ਗਈ ਸੀ ਤਾਂ ਕਿ ਉਹਨਾਂ ਨੂੰ ਸੈੱਟ ਕੀਤਾ ਜਾ ਸਕੇ। ਉਹਨਾਂ ਦਾ ਕੇਸ ਜਿਹੜਾ ਸੀ ਉਹ ਅਲੱਗ ਸੀਗਾ। ਉਹਨਾਂ ਸਾਥੀਆਂ ਦਾ ਕੇਸ ਜਿਹੜਾ ਸੀਗਾ ਮਾਨਯੋਗ ਅਦਾਲਤ ਦੇ ਵਿੱਚ ਵਿਚਾਰ ਅਧੀਨ ਸੀਗਾ। ਉਹਦੇ ਉੱਤੇ ਜਿਹੜੀ ਇਹ ਜੱਜਮੈਂਟ ਆਈ ਸੀ, ਫੈਸਲਾ ਆਇਆ ਸੀ, ਸਰਕਾਰ ਨੂੰ ਹਦਾਇਤ ਕੀਤੀ ਗਈ ਸੀ ਕਿ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਇਹਨਾਂ ਦੇ ਤਜਰਬੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਨਾਂ ਨੂੰ ਜਿਹੜਾ ਹੈਗਾ ਸੈੱਟ ਕਰਨਾ ਚਾਹੀਦਾ ਹੈਗਾ। ਤਾਂ ਉਹਨੂੰ ਉਸੇ ਕਰਕੇ ਜਿਹੜੀ ਉਹਨਾਂ ਦੀ ਗਵਰਨਮੈਂਟ ਸੀਗੀ 10% ਅੰਕ ਉਹਨਾਂ ਨੂੰ ਦਿੱਤੇ ਸੀ। ਲੇਕਿਨ ਸਾਡੇ ਮਸਲਾ ਅਲੱਗ ਹੈਗਾ। ਸਾਡੇ ਕੋਈ ਵੀ ਜਿਹੜਾ ਇਸ ਤਰ੍ਹਾਂ ਦਾ ਰੈਗੂਲਰ ਦਾ ਜਿਹੜਾ ਕੇਸ ਹੈਗਾ ਉਹ ਕੋਰਟ ਦੇ ਵਿੱਚ ਵਿਚਾਰ ਅਧੀਨ ਨਹੀਂ ਹੈਗਾ, ਨਾ ਹੀ ਕੋਈ ਇਸ ਤਰ੍ਹਾਂ ਦੀ ਜੱਜਮੈਂਟ ਸਾਡੇ ਪੱਖ ਦੇ ਵਿੱਚ ਆਈ ਹੈਗੀ। ਇਸ ਕਰਕੇ ਜਦੋਂ ਇਹ ਪੋਸਟਾਂ ਆਉਣਗੀਆਂ ਤੇ ਇਹਦੇ ਉੱਤੇ ਰਿਟ ਪਊਗੀ ਤੇ ਉਹ ਰਿਟ ਜਿਹੜੀ ਹੈਗੀ ਉਹਦੇ ਉੱਤੇ ਇੱਕ ਤਰ੍ਹਾਂ ਨਾਲ ਰੋਕ ਲੱਗੂਗੀ ਅਗਲੇ ਹੁਕਮਾਂ ਤੱਕ, ਠੀਕ ਹੈ ਨਾ। ਤਾਂ ਉਹ ਸਮਾਂ ਹੁਣ ਦੇਖੋ ਸਾਥੀਓ ਬਿਲਕੁਲ ਥੋੜ੍ਹਾ ਹੈਗਾ। ਤਾਂ ਜਦੋਂ ਪੋਸਟਾਂ ਟੈਸਟ ਹੁੰਦਾ ਹੈ ਉਸ ਤੋਂ ਬਾਅਦ ਇਹਦੇ ਉੱਤੇ ਰਿਟ ਹੁੰਦੀ ਹੈਗੀ
ਤਾਂ ਉਹ ਤੁਹਾਨੂੰ ਪਤਾ ਹੈ ਕਿ ਇਸ ETT ਦਾ ਪ੍ਰੋਸੀਜਰ ਜਿਵੇਂ ਚੱਲ ਰਿਹਾ ਉਵੇਂ ਇਹ ਚੱਲੂਗਾ, ਤਰੀਕਾਂ ਪੈਣਗੀਆਂ। ਤਾਂ ਉਦੋਂ ਪਹਿਲਾਂ ਹੀ ਜਿਹੜੀ ਹੈਗੀ ਹੈ ਚੋਣ ਜ਼ਾਬਤਾ ਲੱਗ ਜਾਣਾ, ਇਲੈਕਸ਼ਨ ਹੋ ਜਾਣੀ ਹੈਗੀ, ਠੀਕ ਹੈ ਨਾ। ਤਾਂ ਉਹ ਜਿਹੜਾ ਰਿਟ ਦਾ ਫੈਸਲਾ ਹੈਗਾ ਉਹ ਅਗਲੀ ਗੌਰਮੈਂਟ, ਨਵਾਂ ਉਦੋਂ CM ਹੋਊਗਾ ਤੇ ਨਵਾਂ ਹੀ ਉਦੋਂ ਐਜੂਕੇਸ਼ਨ ਸੈਕਟਰੀ ਹੋਊਗਾ ਜਿਹਨੇ ਰਿਕਾਰਡ ਅਦਾਲਤ ਦੇ ਵਿੱਚ ਪੇਸ਼ ਕਰਨਾ ਹੋਊਗਾ। ਤੇ ਇਹ ਲੋਕ ਜਿਨ੍ਹਾਂ ਦੇ ਨਾਲ ਇਹ ਕਹਿੰਦੇ ਨੇ ਸਾਡੇ ਸਾਥੀ ਕਿ ਵੀ ਸਾਡੀ ਕਮਿਟਮੈਂਟ ਹੋਈ ਹੈਗੀ, ਇਹ ਲੋਕ ਉਦੋਂ ਨਹੀਂ ਹੋਣਗੇ। ਤਾਂ ਇਹ ਅਗਲਾ ਐਜੂਕੇਸ਼ਨ ਸੈਕਟਰੀ ਵੇਖੂਗਾ ਕਿ ਵੀ ਉਸਨੇ ਕੀ ਕਰਨਾ ਹੈਗਾ। ਤੇ ਜੇ ਇਸ ਤਰ੍ਹਾਂ ਗੱਲ ਲੰਬੀ ਪੈ ਜਾਂਦੀ ਹੈ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋਣਾ ਹੈਗਾ। ਸੋ ਸਾਥੀਓ, ਕੋਈ ਵੀ ਸਾਥੀ ਟਿਕ ਕੇ ਘਰੇ ਨਾ ਬੈਠੋ, ਇਹਨਾਂ ਗੱਲਾਂ ਦੇ ਵਿੱਚ ਨਾ ਆਓ ਕਿ ਅਸੀਂ 10 ਨੰਬਰਾਂ ਦੇ ਨਾਲ ਸੈੱਟ ਹੋ ਜਾਣਾ ਜਾਂ ਸਾਨੂੰ ਸਾਰਿਆਂ ਨੂੰ ਸੈੱਟ ਕਰ ਦੇਣਾ ਹੈਗਾ, ਸਾਨੂੰ ਉਮਰ ਦੇ ਵਿੱਚ ਛੋਟ ਮਿਲ ਗਈ। ਉਹਦਾ ਇੱਕੋ ਹੀ ਪ੍ਰਤੱਖ ਤੇ ਪ੍ਰਮਾਣ ਤੁਹਾਡੇ ਕੋਲੇ ETT ਤੇ B.Ed ਦਾ ਹੈਗਾ ਕਿ ਜੇ ਸਾਡਾ ਉੱਥੇ ਕੋਈ ਸਾਥੀ ਸੈੱਟ ਨਹੀਂ ਹੋਇਆ ਤਾਂ ਉਮੀਦ ਇਹ ਨਾ ਰੱਖੋ ਕਿ ਅਸੀਂ ਇੱਥੇ ਵੀ ਸੈੱਟ ਹੋਵਾਂਗੇ। ਤਾਂ ਹੁਣ ਅਗਲੀ ਗੱਲ ਹੈ ਕਿ ਸਾਨੂੰ ਕਰਨਾ ਕੀ ਚਾਹੀਦਾ ਹੈ। ਪਹਿਲੀ ਗੱਲ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਦਿੱਤੀ ਹੈਗੀ ਕਿ ਸਾਨੂੰ ਸਾਰਿਆਂ ਨੂੰ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਪਊਗਾ, ਇਕੱਲੇ ਸਾਥੀ ਨੂੰ ਇੱਥੇ ਨਾਲ ਆ ਕੇ ਖੜਨਾ ਪਊਗਾ। ਹੁਣ ਸਾਡੇ ਵਾਸਤੇ ਇੱਕ ਚੈਲੰਜ ਬਣ ਗਿਆ ਕਿਉਂਕਿ ਇਹਨਾਂ ਨੇ ਚੈਲੰਜ ਦਿੱਤਾ ਹੈਗਾ ਕਿ ਜਿਹੜੇ ਘਰਾਂ ਦੇ ਵਿੱਚ ਸਾਥੀ ਬੈਠੇ ਨੇ ਉਹ ਸਾਡੇ ਨਾਲ ਨੇ। ਇਹ ਤਾਂ 5-4 ਸਾਥੀ ਜਿਹੜੇ ਹੈਗੇ ਨੇਗੇ, 5-400 ਜਿਹੜੇ ਅਯੋਗ ਨੇ ਉਹ ਹੀ ਐਜੀਟੇਸ਼ਨ ਕਰ ਰਹੇ ਨੇਗੇ। ਜੇਕਰ ਅਸੀਂ ਘਰਾਂ ਦੇ ਵਿੱਚ ਰਹਾਂਗੇ ਤਾਂ ਅਸੀਂ ਆਪਣੇ ਪ੍ਰਧਾਨਾਂ ਦੀ ਤੇ ਜਿਹੜੇ ਜੁਝਾਰੂ ਸਾਥੀਆਂ ਦੀ ਪਿੱਠ ਲਵਾਵਾਂਗੇ। ਇਸ ਕਰਕੇ ਸਾਰੇ ਸਾਥੀ ਨੰਬਰ 1 ਤਾਂ ਪਹਿਲਾਂ ਘਰਾਂ ਚੋਂ ਨਿਕਲੋ। ਦੂਸਰੀ ਗੱਲ ਕੀ ਹੈਗੀ ਜਿਹੜਾ ਕਿ ਅਸੀਂ ਕਿਸ ਤਰ੍ਹਾਂ, ਸਾਨੂੰ ਕਿਹੜਾ ਪੱਖ ਰੱਖਣਾ ਚਾਹੀਦਾ ਹੈ। ਨੰਬਰ 1 ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਧਰਨੇ ਦੇ ਵਿੱਚ ਆ ਕੇ ਇਹ ਕਿਹਾ ਸੀ ਕਿ ਤੁਹਾਨੂੰ ਅਸੀਂ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਹੀ ਤੁਹਾਨੂੰ ਜਿਹੜਾ ਹੈਗਾ ਪੱਕਿਆ ਕੀਤਾ ਜਾਊਗਾ, ਠੀਕ ਹੈ ਨਾ। ਇਹ ਗੱਲ ਨੂੰ ਸਾਨੂੰ ਪ੍ਰਮੁੱਖਤਾ ਦੇ ਨਾਲ ਰੱਖਣੀ ਚਾਹੀਦੀ ਹੈ ਜਿੱਥੇ ਵੀ ਸਾਡੀ ਮੀਟਿੰਗ ਹੁੰਦੀ ਹੈਗੀ। ਦੂਸਰਾ, MHRD ਵੱਲੋਂ ਇੱਕ ਪੱਤਰ ਜਾਰੀ ਹੋਏਗਾ। ਉਸ ਪੱਤਰ ਦੇ ਅਨੁਸਾਰ ਉਹਦੇ ਵਿੱਚ ਸਾਫ਼ ਤੇ ਸਪਸ਼ਟ ਲਿਖਿਆ ਹੋਏਗਾ ਕਿ ਵੀ ਆਹ ਜੋ ਵੀ ਮੰਨ ਲਓ ਐਕਟ ਤੋਂ ਰਾਹਤ ਦੇ ਕੇ ਕਿ ਵੀ ਜਿਹੜੀ ਰਾਜ ਸਰਕਾਰ ਹੈਗੀ ਕਿਉਂਕਿ ਇਹ ਸਿੱਖਿਆ ਜਿਹੜਾ ਹੈਗਾ ਸਮਵਰਤੀ ਸੂਚੀ ਦਾ ਵਿਸ਼ਾ ਹੈਗਾ ਤੇ ਇਹ ਕਿਸੇ ਅਧਿਆਪਕ ਨੂੰ ਰੱਖਣਾ ਜਾਂ ਉਹਨੂੰ ਰੈਗੂਲਰ ਕਰਨਾ ਜਾਂ ਜੋ ਹੈਗਾ ਇਹ ਰਾਜ ਸਰਕਾਰ ਦੇ ਘੇਰੇ ਦੇ ਵਿੱਚ ਆਉਂਦਾ ਹੈਗਾ। ਤਾਂ ਰਾਜ ਸਰਕਾਰ ਇਹਨਾਂ ਨੂੰ ਰੈਗੂਲਰ ਕਰਨ ਵਾਸਤੇ ਆਪਣੇ ਪੱਧਰ ਦੇ ਉੱਤੇ ਕਦਮ ਪੁੱਟ ਸਕਦੀ ਹੈ। ਤਾਂ ਭਾਵ ਕੀ ਹੈ, ਸਾਰੇ ਹੀ ਅਸੀਂ ਯੋਗ ਹੈਗੇ ਤੇ ਰਾਜ ਸਰਕਾਰ ਚਾਹੇ ਤਾਂ ਸਾਨੂੰ ਰੈਗੂਲਰ ਕਰ ਸਕਦੀ ਹੈ। ਇਹ MHRD ਵੱਲੋਂ ਇੱਕ ਪੱਤਰ ਜਾਰੀ ਹੋਇਆ ਸੀਗਾ, ਉਹਦੇ ਵਿੱਚ ਸਾਫ਼ ਤੌਰ ਦੇ ਉੱਤੇ ਲਿਖਿਆ ਹੋਏਗਾ ਰਾਜ ਸਰਕਾਰ ਸਾਨੂੰ ਕਰ ਸਕਦੀ ਹੈਗੀ। ਅਗਲੀ ਗੱਲ ਕਿ ਇਹਨਾਂ ਵੱਲੋਂ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈਗੀ ਕਿ ਜਿਹੜਾ ਹੈਗਾ ਤਕਨੀਕੀ ਫਾਲਟ ਕਰਕੇ ਅਸੀਂ ਤੁਹਾਨੂੰ ਰੈਗੂਲਰ ਨਹੀਂ ਕਰ ਸਕਦੇ। ਉਹ ਤਕਨੀਕੀ ਫਾਲਟ ਪੁੱਛਦੇ ਤਾਂ ਤਕਨੀਕੀ ਫਾਲਟ ਕੀ ਹੈ, ਕਹਿੰਦੇ ਤੁਹਾਡੀ ਐਡਵਰਟਾਈਜ਼ਮੈਂਟ ਜਿਹੜੀ ਸਹੀ ਨਹੀਂ ਹੋਏਗੀ। ਐਡਵਰਟਾਈਜ਼ਮੈਂਟ ਹੋਈ ਹੈਗੀ ਜਿੱਥੇ ਸਾਡੀ ਭਰਤੀ ਹੋਣੀ ਸੀ ਉੱਥੇ ਸਾਡੀ ਐਡਵਰਟਾਈਜ਼ਮੈਂਟ ਹੋਈ ਹੈ। ਪਿੰਡਾਂ ਦੇ ਵਿੱਚ ਭਰਤੀ ਹੋਣੀ ਸੀ, ਪਿੰਡ ਪੱਧਰ ਤੇ ਐਡਵਰਟਾਈਜ਼ਮੈਂਟ ਹੋਈ ਹੈਗੀ। ਵੱਡੇ ਸ਼ਹਿਰਾਂ ਦੇ ਵਿੱਚ ਜਿੱਥੇ ਭਰਤੀ ਹੋਈ ਹੈ ਉੱਥੇ ਉਸ ਪੱਧਰ ਦੇ ਉੱਤੇ ਲੋਕਲ ਅਖਬਾਰਾਂ ਦੇ ਵਿੱਚ ਐਡਵਰਟਾਈਜ਼ਮੈਂਟ ਹੋਈ ਹੈਗੀ। ਤਾਂ ਜਿੱਥੇ ਭਰਤੀ ਹੋਣੀ ਹੈ ਉੱਥੇ ਐਡਵਰਟਾਈਜ਼ਮੈਂਟ ਜਿਹੜੀ ਹੈਗੀ ਹੋਈ ਹੈ। ਹੁਣ ਇੱਕ MLA ਹੈਗਾ ਜੇ ਮਹਾਰਾਜਾ ਪਟਿਆਲਾ ਸੀਟ ਤੋਂ ਇਲੈਕਸ਼ਨ ਲੜਦਾ ਹੈ ਤਾਂ ਉਹ ਆਪਣੇ ਪੋਸਟਰ ਪਟਿਆਲਾ ਵਿਧਾਨ ਸਭਾ ਹਲਕੇ ਦੇ ਵਿੱਚ ਹੀ ਲਾਊਗਾ, ਨਾ ਕਿ ਅੱਗੇ ਜਾ ਕੇ ਸਮਾਣਾ ਵਿਧਾਨ ਸਭਾ ਹਲਕੇ ਦੇ ਵਿੱਚ ਜਾਂ ਫਤਿਹਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਦੇ ਵਿੱਚ ਲਾਵੇਗਾ। ਕੁਦਰਤੀ ਹੈ ਜਿਸ ਖੇਤਰ ਦੇ ਵਿੱਚ ਸਾਡੀ ਭਰਤੀ ਹੋਣੀ ਸੀ ਉਸ ਏਰੀਏ ਦੇ ਵਿੱਚ ਸਾਡੀ ਐਡਵਰਟਾਈਜ਼ਮੈਂਟ ਹੋਈ ਹੈਗੀ, ਠੀਕ ਹੈ ਨਾ। ਇਸ ਕਰਕੇ ਸਾਨੂੰ ਰੈਗੂਲਰ ਕਰਨ ਦੇ ਵਿੱਚ MHRD ਅਨੁਸਾਰ ਵੀ ਕੋਈ ਵੀ ਜਿਹੜੀ ਅੜਚਣ ਨਹੀਂ ਹੈਗੀ। ਸਰਕਾਰ ਚਾਹੇ ਤਾਂ ਸਾਨੂੰ ਰੈਗੂਲਰ ਕਰ ਸਕਦੀ ਹੈ। ਹੁਣ ਸਰਕਾਰ ਸਾਨੂੰ ਰੈਗੂਲਰ ਕਰਨ ਤੋਂ ਭੱਜ ਕਿਉਂ ਰਹੀ ਹੈਗੀ, ਇਹ ਵੀ ਥੋੜਾ ਜਿਹਾ ਧਿਆਨ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਨਾ। ਸਰਕਾਰ ਇਸ ਕਰਕੇ ਭੱਜ ਰਹੀ ਹੈਗੀ ਹੈ ਸਾਨੂੰ ਉਸ ਪੋਸਟ ਦੇ ਉੱਤੇ ਰੈਗੂਲਰ ਕਰਨ ਨੂੰ। ਜੇਕਰ ਸਾਡੇ ਤਜਰਬੇ ਨੂੰ ਜਾਂ ਸਾਡੀ ਪੋਸਟ ਨੂੰ ਸਹੀ ਮੰਨ ਕੇ ਰੈਗੂਲਰ ਕਰਦੀ ਹੈਗੀ ਹੈ ਤਾਂ ਸਾਡੇ ਜਿਹੜੇ ਸਾਥੀ ਹੈਗੇ ਨੇਗੇ ਉਹ ਹਾਈ ਕੋਰਟ ਦੇ ਮਦਦ ਦੇ ਨਾਲ ਪਿਛਲਾ ਜੋ ਸਾਡਾ ਹੈਗਾ ਉਹਦੀ ਸਰਵਿਸ ਨੂੰ ਐਡ ਕਰਵਾ ਸਕਦੇ ਹੈਗੇ ਨੇਗੇ ਤੇ ਉਹਨਾਂ ਦਾ ਮੰਨ ਲਓ ਬਕਾਇਆ ਵੀ ਜਿਹੜਾ ਹੈਗਾ ਉਹ ਸਰਕਾਰ ਨੂੰ ਦੇਣਾ ਪਊਗਾ। ਜਿਸ ਤਰ੍ਹਾਂ 89 ਡੇਜ਼
ਵਾਲੇ ਜਿਹੜੇ ਟੀਚਰ ਸੀਗੇ ਉਹਨਾਂ ਦਾ ਕੇਸ ਜੇਕਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਉਹਨਾਂ ਦੀ ਸਰਵਿਸ ਵੀ ਸਰਕਾਰ ਨੇ ਐਡ ਕਰਵਾਈ ਸੀ, ਕੋਰਟ ਨੇ ਬਾਅਦ ਦੇ ਵਿੱਚ, ਤੇ ਉਹਨਾਂ ਦਾ ਜਿਹੜਾ ਬਕਾਇਆ ਜਿਹੜਾ ਸੀਗਾ ਇੰਕਰੀਮੈਂਟ ਵਗੈਰਾ ਜਿਹੜੇ ਉਹਨਾਂ ਦੇ ਬਣਦੇ ਸੀਗੇ ਉਹ ਵੀ ਉਸੇ ਹਿਸਾਬ ਨਾਲ ਲਵਾਏ ਸੀ। ਤੇ ਸਰਕਾਰ ਦੇ ਜਿਹੜੇ ਇਹ ਮੂਰਲੇ ਰੱਖੇ ਹੋਏ ਹੈਗੇ ਨੇਗੇ ਅਧਿਕਾਰੀ, ਤਾਂ ਇਹਨਾਂ ਦਾ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਰਕਾਰ ਦਾ ਵੱਧ ਤੋਂ ਵੱਧ ਫਾਇਦਾ ਕੀਤਾ ਜਾਵੇ। ਇਸ ਕਰਕੇ ਇਹ ਟਾਲ ਮਟੋਲ ਕਰਦੇ ਹੈਗੇ ਨੇ ਕਿ ਜੇਕਰ ਅਸੀਂ ਇਸੇ ਪੋਸਟ ਦੇ ਉੱਤੇ ਰੈਗੂਲਰ ਕਰਦੇ ਹਾਂ, ਨੰਬਰ 1 ਤਾਂ ਪੁਰਾਣਾ ਪੇ ਗ੍ਰੇਡ ਦੇਣਾ ਪਊਗਾ ਇਹਨਾਂ ਨੂੰ, ਤੇ ਦੂਸਰਾ ਜਿਹੜਾ ਭਾਰ ਜਿਹੜਾ ਹੈਗਾ ਖਜ਼ਾਨੇ ਦੇ ਉੱਤੇ ਉਹ ਕੋਰਟ ਦੇ ਰਾਹੀਂ ਵੀ ਪੈ ਸਕਦਾ ਹੈਗਾ। ਮੈਂ 2 ਕੁ ਉਦਾਹਰਨਾਂ ਦੇਣੀਆਂ ਚਾਹਾਂਗਾ ਤੁਹਾਨੂੰ ਜਿਹੜੀਆਂ ਪਹਿਲਾਂ ਭਰਤੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਤਾਂ ਮੈਂ 89 ਡੇ ਵਾਲੇ ਜਿਹੜੇ ਅਧਿਆਪਕ ਹੈ ਉਹਨਾਂ ਦੀ ਭਰਤੀ ਦੀ ਗੱਲ ਕਰਾਂਗਾ। ਜਦੋਂ ਆਪਣਾ ਬੇਅੰਤ ਸਿੰਘ ਦੀ ਸਰਕਾਰ ਸੀ ਉਦੋਂ ਇਹ ਭਰਤੀ ਹੋਈ ਸੀ। ਜਿੰਨੀ ਕਿ ਮਾਲੂਮਾਤ ਮੈਨੂੰ ਹੈਗੀ ਹੈ ਉਦੋਂ ਲਗਭਗ 1400 ਪੋਸਟਾਂ ਵਾਸਤੇ ਜਿਹੜੀ ਐਡਵਰਟਾਈਜ਼ਮੈਂਟ ਆਈ ਸੀਗੀ, ਤੇ ਲਗਭਗ 14,000 ਲੋਕਾਂ ਨੂੰ ਨਿਯੁਕਤੀ ਪੱਤਰ ਬੇਅੰਤ ਦੀ ਸਰਕਾਰ ਨੇ ਦੇ ਦਿੱਤਾ ਸੀਗਾ। ਉਸ ਭਰਤੀ ਦੇ ਉੱਤੇ ਰਿਟ ਹੋਈ ਸੀ। ਮਾਣਯੋਗ ਹਾਈ ਕੋਰਟ ਨੇ ਉਸ ਭਰਤੀ ਦੇ ਉੱਤੇ ਜਿਹੜਾ ਜੱਜਮੈਂਟ ਇਹ ਦਿੱਤੀ ਸੀ ਕਿ ਜਿਹੜੇ 1400 ਯੋਗ ਅਧਿਆਪਕ ਨੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਸਰਵਿਸ ਨਿਰੰਤਰ ਰੱਖੀ ਜਾਵੇ, ਬਾਕੀਆਂ ਨੂੰ ਫਾਰਗ ਕਰ ਦਿੱਤਾ ਜਾਵੇ। ਠੀਕ ਹੈ ਨਾ। ਤਾਂ ਇਹ ਹਾਈ ਕੋਰਟ ਦਾ ਫੈਸਲਾ ਵੀ ਆ ਗਿਆ ਸੀਗਾ, ਤੇ ਬੇਅੰਤ ਸਰਕਾਰ ਨੇ ਉਹਨਾਂ ਨੂੰ ਉਥੋਂ ਫਾਰਗ ਕਰਕੇ ਨਾਲ ਹੀ ਜਿਹੜਾ ਸੀਗਾ ਉਹ 89 ਡੇਜ਼ ਦੇ ਉੱਤੇ ਦੁਬਾਰਾ ਜੁਆਇਨ ਕਰਵਾ ਲਿਆ ਸੀਗਾ, 99 ਦਿਨਾਂ ਦੇ ਉੱਤੇ। ਤਾਂ ਉਹਨਾਂ ਨੂੰ 89 ਡੇਜ਼ ਤੋਂ ਬਾਅਦ ਫਿਰ ਰਿਲੀਵ ਕਰਦੇ ਸੀ, ਫਿਰ ਜੁਆਇਨ ਕਰਦੇ ਸੀ, ਫਿਰ ਰਿਲੀਵ ਕਰਦੇ ਸੀ। ਉਹਨਾਂ ਨੇ ਨਾਲ ਸੰਘਰਸ਼ ਕੀਤਾ, ਤੇ ਅੱਜ ਉਹ ਸਾਥੀ ਜਿਹੜੇ ਰੈਗੂਲਰ ਹੈਗੇ ਨੇਗੇ, ਠੀਕ ਹੈ ਨਾ, ਕਾਫੀ ਸਾਥੀ ਜਿਹੜੇ ਹੈਗੇ ਨੇ ਪ੍ਰਮੋਸ਼ਨਾਂ ਵੀ ਲੈ ਚੁੱਕੇ ਨੇਗੇ ਉਹਦੇ ਵਿੱਚੋਂ। ਤਾਂ ਉਹ ਸਾਥੀ ਕਿਸ ਤਰ੍ਹਾਂ ਜਿਹੜੇ ਸੀਗੇ ਰੈਗੂਲਰ ਹੋਏ। ਸਾਡੀ ਜਿਹੜੀ ਵਿਧਾਨ ਸਭਾ ਹੁੰਦੀ ਹੈ ਉਹਦੇ ਕੋਲ ਵਿਸ਼ੇਸ਼ ਪਾਵਰਾਂ ਹੁੰਦੀਆਂ ਨੇ, ਜਿਸ ਤਰ੍ਹਾਂ ਉਹਦੇ ਵਿੱਚ ਲਿਜਾ ਕੇ ਉਹ ਕਿਸੇ ਨੂੰ ਵੀ ਜਿਹੜਾ ਹੈਗਾ ਉਹ ਰੈਗੂਲਰ ਕਰ ਸਕਦੇ ਨੇਗੇ ਤਰਸ ਦੇ ਆਧਾਰ ਤੇ। ਠੀਕ ਹੈ ਨਾ। ਤਾਂ ਜਿਸ ਤਰ੍ਹਾਂ 89 ਡੇਜ਼ ਵਾਲੇ ਸਾਥੀਆਂ ਨੂੰ ਵਿਧਾਨ ਸਭਾ ਦੇ ਵਿੱਚ ਬੇਅੰਤ ਸਿੰਘ ਨੇ ਉਹਨਾਂ ਦਾ ਜਿਹੜਾ ਵਿਸ਼ਾ ਲੈ ਕੇ ਗਏ ਸੀਗੇ ਉਹਦੇ ਉੱਤੇ ਉਹਨੂੰ ਪਾਸ ਕੀਤਾ ਗਿਆ ਸੀ, ਫਿਰ ਉਹਨਾਂ ਸਾਰੇ ਸਾਥੀਆਂ ਨੂੰ ਰੈਗੂਲਰ ਕੀਤਾ ਗਿਆ ਸੀ। ਤਾਂ ਉਂਝ ਤਾਂ ਸਾਡੇ ਕੇਸ ਦੇ ਵਿੱਚ ਕੋਈ ਟੈਕਨੀਕਲ ਸਮੱਸਿਆ ਨਹੀਂ ਹੈਗੀ, ਲੇਕਿਨ ਫਿਰ ਵੀ ਜੇਕਰ ਇਹਨਾਂ ਨੂੰ ਲੱਗਦਾ ਹੈ ਤਾਂ ਇਹ ਵਿਧਾਨ ਸਭਾ ਦੇ ਵਿੱਚ ਲਿਜਾ ਕੇ ਉਸੇ ਤਰ੍ਹਾਂ ਜਿਸ ਤਰ੍ਹਾਂ ਬੇਅੰਤ ਸਿੰਘ ਨੇ ਕੀਤਾ ਸੀਗਾ ਉਸੇ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਲਿਜਾ ਕੇ ਉੱਥੋਂ ਪਾਸ ਕਰਕੇ ਤਾਂ ਸਾਨੂੰ ਇਹ ਰੈਗੂਲਰ ਕਰ ਸਕਦੇ ਹੈਗੇ ਨੇਗੇ। ਇਹਦੇ ਵਿੱਚ ਕੋਈ ਸਮੱਸਿਆ ਨਹੀਂ ਜੇਕਰ ਸਰਕਾਰ ਚਾਹੇ ਤਾਂ। ਇੱਕ ਦੂਸਰੀ ਉਦਾਹਰਨ ਮੈਂ ਤੁਹਾਨੂੰ ਦੇਣੀ ਚਾਹੁੰਦਾ ਸਬਸਟੀਚਿਊਟ ਕੰਪਿਊਟਰ ਟੀਚਰਸ ਦੀ। ਉਹ ਤੁਹਾਡੇ ਸਕੂਲਾਂ ਦੇ ਵਿੱਚ ਜਾਂ ਤੁਹਾਡੇ ਨਾਲ ਲੱਗਦੇ ਸਕੂਲਾਂ ਦੇ ਵਿੱਚ ਬਹੁਤੇ ਤੁਹਾਡੇ ਦੋਸਤ ਵੀ ਹੋਣੇ ਹੈਗੇ ਸਬਸਟੀਚਿਊਟ ਕੰਪਿਊਟਰ ਟੀਚਰ, ਜਿਹੜੇ ਪਿਛਲੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਉਦੋਂ ਉਹਨਾਂ ਦੀ ਨਿਯੁਕਤੀ ਕੀਤੀ ਸੀ, ਤੇ ਉਸ ਨਿਯੁਕਤੀ ਦੇ ਵਿੱਚ ਉਹਨਾਂ ਦੀ ਕੋਈ ਐਡਵਰਟਾਈਜ਼ਮੈਂਟ ਪ੍ਰੋਪਰ ਨਹੀਂ ਸੀਗੀ, ਉਹਨਾਂ ਦੇ ਵਿੱਚ ਕੋਈ ਰਾਖਵਾਂਕਰਨ ਨਹੀਂ ਸੀਗਾ। ਜੋ ਵੀ ਵਿਅਕਤੀ ਜਾਂਦਾ ਸੀਗਾ ਉੱਥੇ ਉਹਦੀ ਜਿਹੜੀ ਘੱਟੋ ਘੱਟ ਜਿਹੜੀ ਯੋਗਤਾ ਸੀਗੀ ਉਹ PGDCA ਰੱਖੀ ਹੋਈ ਸੀਗੀ। ਤਾਂ ਕੋਈ ਵੀ PGDCA ਪਾਸ ਵਿਅਕਤੀ ਜੇਕਰ ਸਰਵ ਸਿੱਖਿਆ ਅਭਿਆਨ ਦੇ ਦਫ਼ਤਰ ਦੇ ਵਿੱਚ ਜਾ ਕੇ ਕਹਿੰਦਾ ਸੀ ਕਿ ਫਲਾਣੇ ਥਾਂ ਦੇ ਉੱਤੇ ਜਿਹੜਾ ਸਟੇਸ਼ਨ ਜਿਹੜਾ ਖਾਲੀ ਹੈਗਾ ਤਾਂ ਉਹਨੂੰ ਆਰਡਰ ਦੇ ਦਿੱਤੇ ਜਾਂਦੇ ਸੀ। ਤਾਂ ਪੰਜਾਬ ਦੇ ਵਿੱਚ ਕਾਫੀ ਜਿਹੜੇ ਸੀਗੇ ਉਹ ਸਬਸਟੀਚਿਊਟ ਕੰਪਿਊਟਰ ਟੀਚਰ ਥੋੜੇ ਸਮੇਂ ਵਾਸਤੇ, ਸਬਸਟੀਚਿਊਟ ਦਾ ਮਤਲਬ ਵੀ ਤੁਸੀਂ ਸਮਝ ਸਕਦੇ ਹੋਗੇ ਹਨਾ, ਤਾਂ ਉਹ ਰੱਖੇ ਸੀਗੇ। ਬਾਅਦ ਦੇ ਵਿੱਚ ਉਹਨਾਂ ਨੂੰ ਰਿਲੀਵ ਕਰ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ। ਉਹਨਾਂ ਦਾ ਐਜੀਟੇਸ਼ਨ ਚੱਲਿਆ, ਕਾਫੀ ਲੰਬਾ ਸੰਘਰਸ਼ ਚੱਲਿਆ। ਉਦੋਂ ਬਾਅਦ ਜਿਹੜੇ ਸੀਗੇ ਉਹਨਾਂ ਦੇ ਨਾਲ ਕਮਿਟਮੈਂਟ ਹੋਈ ਸਰਕਾਰ ਦੀ। ਫੈਸਲਾ ਇਹ ਹੋਇਆ ਉਹਦੇ ਵਿੱਚ ਕਿ ਤੁਹਾਨੂੰ ਇੱਕ ਟੈਸਟ ਦੇਣਾ ਪਵੇਗਾ ਜੋ ਸਿਰਫ ਤੁਹਾਡੇ ਲਈ ਹੋਊਗਾ, ਓਪਨ ਨਹੀਂ ਹੋਊਗਾ। ਉਹ ਟੈਸਟ ਜੇਕਰ ਤੁਸੀਂ ਪਾਸ ਕਰ ਲੈਂਦੇ ਹੋ, ਕੁਆਲੀਫਾਈ ਹੋ ਜਾਂਦੇ ਹੋ ਉਹਦੇ ਵਿੱਚੋਂ, ਤਾਂ ਤੁਹਾਨੂੰ ਰੈਗੂਲਰ ਗ੍ਰੇਡ ਦਿੱਤਾ ਜਾਵੇਗਾ। ਤਾਂ ਉਹਦੇ ਵਾਸਤੇ 5 ਮੌਕੇ ਉਹਨਾਂ ਨੂੰ ਦਿੱਤੇ ਸੀਗੇ, ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੀ ਉਹਨਾਂ 4-5 ਮੌਕਿਆਂ ਦੇ ਵਿੱਚ ਬਹੁਤ ਥੋੜੇ ਸਾਥੀ ਜਿਹੜੇ ਪਾਸ ਹੋ ਸਕੇ ਸੀ, ਬਾਕੀ ਸਾਥੀ ਜਿਹੜੇ ਸੀਗੇ ਉਹ ਕੁਆਲੀਫਾਈ ਨਹੀਂ ਹੋਏ ਸੀਗੇ। ਉਦੋਂ ਆਪਣੇ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਜਿਹੜੇ DGSE ਹੁੰਦੇ ਸੀਗੇ, ਤੇ ਇਹਨਾਂ ਵੱਲੋਂ ਆਫੀਸ਼ੀਅਲੀ ਇੱਕ ਲੈਟਰ ਵੀ ਜਾਰੀ ਕੀਤਾ ਗਿਆ ਸੀ ਕਿ ਇਹਨਾਂ ਨੂੰ ਦਿੱਤੇ ਹੋਏ ਮੌਕਿਆਂ ਦੇ ਵਿੱਚ ਇਹਨਾਂ ਤੋਂ ਇਹ ਟੈਸਟ ਪਾਸ ਨਹੀਂ ਹੋਇਆ, ਇਸ ਕਰਕੇ ਇਹਨਾਂ ਨੂੰ ਰਿਲੀਵ ਕਰ ਦਿੱਤਾ ਜਾਵੇ। ਤਾਂ ਰਿਲੀਵਿੰਗ ਦੀ ਇਹਨਾਂ ਦਾ ਲੈਟਰ ਆ ਗਿਆ ਸੀ, ਲੇਕਿਨ ਉਹਨਾਂ ਨੇ ਦੁਬਾਰਾ ਸੰਘਰਸ਼ ਕੀਤਾ, ਥੋੜਾ
ਤੇ ਜੋ ਕੁਝ ਵੀ ਅੰਦਰ ਖਾਤੇ ਜਿਸ ਤਰ੍ਹਾਂ ਵੀ ਹੋਇਆ ਬਹੁਤੇ ਸਾਥੀਆਂ ਨੂੰ ਪਤਾ ਹੈਗਾ। ਤਾਂ ਉਹਨਾਂ ਨੂੰ ਫਿਰ ਇੱਕ ਮੌਕਾ ਹੋਰ ਦੇ ਦਿੱਤਾ ਗਿਆ ਸੀ, ਤਾਂ ਉਸ ਮੌਕੇ ਦੇ ਵਿੱਚ ਸਾਰੇ ਸਾਥੀਆਂ ਨੂੰ ਪਾਸ ਕਰ ਦਿੱਤਾ ਗਿਆ ਸੀਗਾ ਤੇ ਉਹ ਸਾਰੇ ਸਾਥੀ ਅੱਜ ਆਪਣਾ ਸੁਸਾਇਟੀ ਅੰਡਰ ਰੈਗੂਲਰ ਨੇ ਤੇ ਪੂਰਾ ਜਿਹੜਾ ਪੇ ਗ੍ਰੇਡ ਲੈ ਰਹੇ ਨੇਗੇ। ਤਾਂ ਇਹ ਜਿਹੜੀਆਂ ਗੱਲਾਂ ਨੇ ਜਦੋਂ ਅਸੀਂ ਮੀਟਿੰਗ ਦੇ ਵਿੱਚ ਹੁੰਨੇ ਆ ਤਾਂ ਇਹ ਗੱਲਾਂ ਮੈਂ ਜ਼ਰੂਰ ਜਿਹੜੇ ਸਾਡੇ ਸਾਥੀ ਜਿਹੜੇ ਮੀਟਿੰਗ ਕਰਨ ਜਾਣਗੇ ਉਹਨਾਂ ਨੂੰ ਕਹਾਂਗਾ ਕਿ ਇਹ ਗੱਲਾਂ ਜ਼ਰੂਰ ਉਹਨਾਂ ਦੇ ਧਿਆਨ ਦੇ ਵਿੱਚ ਲਿਆਈਆਂ ਜਾਣ। ਜਦੋਂ ਸਿੱਖਿਆ ਮੰਤਰੀ ਕਹਿੰਦਾ ਅਸੀਂ ਤੁਹਾਨੂੰ ਨਹੀਂ ਕਰ ਸਕਦੇ ਤਾਂ ਤੁਸੀਂ ਉਹਨਾਂ ਨੂੰ ਕਹੋ ਕਿ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਬੇਅੰਤ ਸਿੰਘ ਨੇ ਉਹਨਾਂ ਸਮਿਆਂ ਦੇ ਵਿੱਚ ਕੀ ਕੀਤਾ ਸੀਗਾ। ਜੇ ਬੇਅੰਤ ਸਿੰਘ ਕਰ ਸਕਦਾ ਹੈ, ਉਹੀ ਸਟੇਟ ਹੈ, ਉਹੀ ਕਨਸਟੀਟਿਊਸ਼ਨ ਉਦੋਂ ਸੀ, ਜੇ ਉਦੋਂ ਬੇਅੰਤ ਸਿੰਘ ਕਰ ਸਕਦਾ ਹੈ ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਕਰ ਸਕਦਾ ਗਾ। ਠੀਕ ਹੈ ਨਾ। ਤਾਂ ਇਹ ਗੱਲ ਜ਼ਰੂਰ ਉਹਨਾਂ ਦੇ ਧਿਆਨ 'ਚ ਲਿਆਈ ਜਾਵੇ ਕਿ ਵੀ ਵਿਧਾਨ ਸਭਾ ਕੋਲੇ ਇਹ ਵਿਸ਼ੇਸ਼ ਅਧਿਕਾਰ ਹੁੰਦਾ ਕਿ ਉਹ ਇਹ ਕਰ ਸਕਦੀ ਹੈਗੀ। ਦੂਸਰੀ ਸਬਸਟੀਚਿਊਟ ਕੰਪਿਊਟਰ ਟੀਚਰਾਂ ਵਾਲੀ ਗੱਲ ਵੀ ਜ਼ਰੂਰ ਰੱਖੀ ਜਾਵੇ। ਜੇਕਰ ਉਦੋਂ ਉਹਨਾਂ ਵਾਸਤੇ ਇੱਕ ਖਾਸ ਟੈਸਟ ਲੈ ਕੇ ਜਿਸ ਦੇ ਵਿੱਚ ਸਿਰਫ ਉਹੀ ਬੈਠੇ ਸੀਗੇ ਤੇ ਉਹਨਾਂ ਨੂੰ ਪਾਸ ਕਰਕੇ ਉਹਨਾਂ ਨੂੰ ਰੈਗੂਲਰ ਕਰ ਦਿੱਤਾ ਗਿਆ ਸੀ, ਉਹਨਾਂ ਦੀ ਵੀ ਕੋਈ ਪ੍ਰੋਪਰ ਐਡਵਰਟਾਈਜ਼ਮੈਂਟ ਨਹੀਂ ਸੀ, ਉਹਨਾਂ ਦੇ ਵਿੱਚ ਵੀ ਕੋਈ SCBC ਦਾ ਰਾਖਵਾਂਕਰਨ ਨਹੀਂ ਸੀਗਾ। ਤਾਂ ਜਦੋਂ ਉਹਨਾਂ ਨੂੰ ਰੈਗੂਲਰ ਕੀਤਾ ਜਾ ਸਕਦਾ ਹੈ ਤਾਂ ਸਾਨੂੰ ਕਿਉਂ ਨਹੀਂ ਰੈਗੂਲਰ ਕੀਤਾ ਜਾ ਸਕਦਾ। ਇਹ ਗੱਲ ਵੀ ਪ੍ਰਮੁੱਖਤਾ ਨਾਲ ਰੱਖਣੀ ਚਾਹੀਦੀ ਹੈਗੀ। ਤੇ ਇੱਕ ਜਿਹੜਾ ਲੈਟਰ ਜਿਹੜਾ ਆਪਣਾ ਆਪਣਾ ਜਿਹੜਾ ਸੀਗਾ MHRD ਵੱਲੋਂ ਜਾਰੀ ਕੀਤਾ ਗਿਆ ਸੀ, ਉਹ ਵੀ ਜਿਹੜਾ ਜ਼ਰੂਰ ਰੱਖਣਾ ਚਾਹੀਦਾ ਕਿ ਵੀ ਇਹ ਵੇਖੋ ਜਿਹੜਾ MHRD ਨੇ ਸਪੈਸ਼ਲ ਤੌਰ ਤੇ ਹਦਾਇਤ ਕੀਤੀ ਹੈਗੀ ਕਿ ਜੋ ਅਧਿਆਪਕ ਯੋਗਤਾ ਪੂਰੀ ਕਰਦੇ ਨੇਗੇ ਉਹਨਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਹੈਗੀ। ਰਾਜ ਸਰਕਾਰਾਂ ਉਹਨਾਂ ਨੂੰ ਰੈਗੂਲਰ ਕਰਨ ਲਈ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਹੈਗੀਆਂ ਨੇ ਉਹ ਐਕਸ਼ਨ ਲੈ ਸਕਦੀਆਂ ਨੇ, ਆਪਣੇ ਪੱਧਰ ਤੇ ਉਹਨਾਂ ਨੂੰ ਰੈਗੂਲਰ ਕਰ ਸਕਦੀਆਂ ਨੇ। ਤਾਂ ਇਹ ਕੁਝ ਗੱਲਾਂ ਨੇ ਜੋ ਸਾਰੇ ਸਾਥੀਆਂ ਨੂੰ ਧਿਆਨ ਦੇ ਵਿੱਚ ਸਾਡੇ ਰੱਖਣੀਆਂ ਚਾਹੀਦੀਆਂ ਨੇ ਤੇ ਜਿੱਥੇ ਵੀ ਸਾਡੀ ਕੋਈ ਗੱਲ ਹੁੰਦੀ ਹੈਗੀ ਉਹ ਉੱਥੋਂ ਤੱਕ ਇਹ ਗੱਲ ਪਹੁੰਚਾਉਣੀ ਚਾਹੀਦੀ ਹੈ। ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹੈਗਾ, ਉਹ ਹੈਗੀ ਹੈ ਬਹੁਤੇ ਸਾਥੀ ਅੱਜ ਪਹੁੰਚਣਗੇ, ਕੁਝ ਸਾਥੀ ਇਹੋ ਜਿਹੇ ਹੋਣੇ ਹੈਗੇ ਜਿਹੜੇ ਸ਼ਾਇਦ ਨਾ ਪਹੁੰਚਣ। ਠੀਕ ਹੈ ਨਾ। ਤਾਂ ਜਿਸ ਤਰ੍ਹਾਂ ਕੱਲ ਸਾਡੇ ਹੀ ਸਾਥੀਆਂ ਨੇ ਕਿਹਾ ਹੈਗਾ ਕਿ ਜਿਹੜੇ ਘਰਾਂ ਦੇ ਵਿੱਚ ਬੈਠੇ ਨੇਗੇ ਉਹ ਸਾਰੇ ਦੇ ਸਾਰੇ ਸਾਥੀ ਜਿਹੜੇ ਹੈਗੇ ਨੇਗੇ ਉਹ ਯੋਗ ਨੇਗੇ ਤੇ ਜਿਹੜੇ ਇੱਥੇ ਆਏ ਨੇਗੇ ਉਹ ਅਯੋਗ ਨੇਗੇ। ਸਿਰਫ 500 ਬੰਦਾ ਹੀ ਹੈਗਾ ਜਿਹੜਾ ਟੈਸਟ ਨਹੀਂ ਦੇਣਾ ਚਾਹੁੰਦਾ, ਬਾਕੀ ਸਾਰੇ ਟੈਸਟ ਦੇਣਾ ਚਾਹੁੰਦੇ ਨੇ। ਤਾਂ ਸਾਥੀਓ ਤੁਸੀਂ ਇੱਕ ਗੱਲ ਜ਼ਰੂਰ ਕਰਨੀ ਹੈ, ਮੈਂ ਇਸ ਮੈਸੇਜ ਦੇ ਨਾਲ ਸਾਡੇ ਮੁੱਖ ਮੰਤਰੀ ਪੰਜਾਬ ਦੀ ਈਮੇਲ ID ਸ਼ੇਅਰ ਕਰਾਂਗਾ। ਉਸ ਈਮੇਲ ID ਤੇ ਆਪਣੇ ਵੱਲੋਂ ਇੱਕ ਮੇਲ ਜ਼ਰੂਰ ਕਰਿਓ। ਇਹ ਮੇਲ ਐ ਨਾ ਹੋਵੇ ਕਿ ਵੀ ਇੱਕੋ ਹੀ ਉਹਨਾਂ ਦੀ ਜਿਹੜੀ ਸ਼ਬਦਾਵਲੀ ਇੱਕੋ ਹੀ ਹੋਵੇ, ਇੱਕੋ ਨੂੰ ਤੁਸੀਂ ਕਾਪੀ ਕਰਕੇ ਕਰੀ ਚਲੋ। ਤਾਂ ਸਾਰੇ ਸਾਥੀ ਇੱਕ ਪਲੇਨ ਪੇਪਰ ਲੈ ਕੇ ਜੋ ਵੀ ਤੁਹਾਡੀਆਂ ਭਾਵਨਾਵਾਂ ਹੈਗੀਆਂ ਨੇ, ਕਿਸ ਤਰ੍ਹਾਂ ਤੁਹਾਡਾ ਰੋਜ਼ਾਨਾ ਦਾ ਜੀਵਨ ਹੈਗਾ, ਠੀਕ ਹੈ ਨਾ, ਤਾਂ ਕਿਸ ਤਰ੍ਹਾਂ ਤੁਹਾਡੇ ਨਾਲ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਉਹਦੇ ਬਾਰੇ ਜੋ ਕੁਛ ਵੀ ਤੁਹਾਡਾ ਜਿੰਨਾ ਵਧੀਆ ਤੁਸੀਂ ਲਿਖ ਸਕਦੇ ਹੋਗੇ ਇੱਕ ਪਲੇਨ ਪੇਪਰ ਦੇ ਉੱਤੇ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਮੇਲ ਜ਼ਰੂਰ ਕਰੋ। ਕਿਉਂਕਿ ਜਿਹੜੀ ਮੇਲ ਜਾਂਦੀ ਹੈਗੀ ਉਹਦਾ ਪ੍ਰੋਪਰ ਰਿਕਾਰਡ ਰੱਖਿਆ ਜਾਂਦਾ ਹੈ, ਰਸੀਟ ਰਜਿਸਟਰ ਦੇ ਵਿੱਚ ਉਸ ਨੂੰ ਨੋਟ ਕੀਤਾ ਜਾਂਦਾ ਹੈਗਾ ਕਿ ਵੀ ਇਸ ਵਿਅਕਤੀ ਵੱਲੋਂ ਮੇਲ ਆਈ ਹੈ। ਨਾਲ ਆਪਣਾ ਮੋਬਾਈਲ ਨੰਬਰ ਜ਼ਰੂਰ ਲਿਖਿਓ। ਤਾਂ ਸਾਰੇ ਸਾਥੀ ਇੱਕ ਮੇਲ ਜ਼ਰੂਰ ਕਰੋ। ਤੇ ਜਿਨ੍ਹਾਂ ਦੇ ਸਾਥੀਆਂ ਦੇ ਘਰਾਂ ਦੇ ਵਿੱਚ ਕੋਈ ਸਮੱਸਿਆ ਹੈਗੀ, ਬੱਚੇ ਪ੍ਰਭਾਵਿਤ ਹੋ ਰਹੇ ਨੇ ਜਾਂ ਜੋ ਵੀ ਹੈ, ਤਾਂ ਤੁਸੀਂ ਆਪਣੇ ਬੱਚਿਆਂ ਦੀ ਤਰਫੋਂ ਵੀ ਇੱਕ ਮੇਲ ਕਰਾਓ ਕਿ ਸਾਡੇ ਮਾਂ-ਬਾਪ ਨੂੰ ਪੂਰਾ ਜਿਹੜਾ ਰੁਜ਼ਗਾਰ ਨਹੀਂ ਮਿਲਿਆ, ਉਹ ਸਾਡਾ ਪਾਲਣ ਪੋਸ਼ਣ ਸਹੀ ਨਹੀਂ ਕਰ ਰਹੇ। ਆਪਣੇ ਬੱਚਿਆਂ ਤਰਫੋਂ ਵੀ ਇੱਕ ਜਿਹੜੀ ਮੇਲ ਤੁਸੀਂ ਕਰਵਾਉਣੀ ਹੈਗੀ ਹੈ, ਉਹਦਾ ਰਿਕਾਰਡ ਕੋਲੇ ਰੱਖਣਾ ਹੈਗਾ। ਤਾਂ 15 ਦਿਨਾਂ ਦੇ ਵਿੱਚ ਜੇਕਰ ਨਹੀਂ ਹੈਗਾ ਤਾਂ 15 ਦਿਨਾਂ ਬਾਅਦ ਤੁਸੀਂ ਫੇਰ ਸਾਰਿਆਂ ਨੇ ਇੱਕ ਮੇਲ ਕਰਨੀ ਹੈ। ਚੀਕਾਂ ਮਰਵਾ ਦਿਓ ਕੈਪਟਨ ਅਮਰਿੰਦਰ ਸਿੰਘ ਦੀ ਮੇਲ ID ਦੀਆਂ। ਤੇ ਅੱਜ ਇੰਨੀਆਂ ਮੇਲਸ ਉੱਥੇ ਜਾਣੀਆਂ ਚਾਹੀਦੀਆਂ ਨੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਿਰਫ 500 ਨਹੀਂ, ਇਹ ਤਾਂ ਇੱਕ ਵੱਡਾ ਕਾਫਲਾ ਹੈਗਾ, ਸਾਰੇ ਹੀ ਸਾਡੀਆਂ ਨੀਤੀਆਂ ਦੇ ਵਿਰੋਧ ਦੇ ਵਿੱਚ ਨੇਗੇ, ਕੋਈ ਵੀ ਟੈਸਟ ਦੇਣਾ ਨਹੀਂ ਚਾਹੁੰਦੇ। ਤਾਂ ਇਹ ਮੇਲ ਸਾਥੀਓ ਮੇਰੇ ਕਹਿਣ ਤੇ ਤੁਸੀਂ ਜ਼ਰੂਰ ਕਰਨੀ ਹੈ। ਆਪਣੇ ਵਿਚਾਰ ਲਿਖਣੇ ਹੈਗੇ ਨੇ, ਫੋਟੋ ਕਾਪੀਆਂ ਕਰਕੇ ਨਹੀਂ ਭੇਜਣਾ। ਜੋ ਵੀ ਤੁਹਾਡੀਆਂ ਭਾਵਨਾਵਾਂ ਚੰਗੀ ਤਰ੍ਹਾਂ ਤੁਸੀਂ ਵਿਅਕਤ ਕਰ ਸਕਦੇ ਹੋ ਉਹ ਪਲੇਨ ਪੇਪਰ ਦੇ ਉੱਤੇ ਮੇਲ ਲਿਖ ਕੇ ਮੇਲ ਜ਼ਰੂਰ ਕਰੋ। ਮੇਲ ID ਨਾਲ ਮੈਂ ਤੁਹਾਨੂੰ ਭੇਜਾਂਗਾ ਤੇ ਨਾਲ ਜੋ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਉਹਦੀ ਖਬਰ ਤੇ ਉਹਦੀ ਵੀਡੀਓ ਵੀ ਜ਼ਰੂਰ ਟੈਗ ਕਰ ਦਿਓ। ਇਹਦੇ ਨਾਲ ਉਹਨਾਂ ਕੋਲੇ ਹਰ ਰੋਜ਼ ਜਦੋਂ ਅਨੇਕਾਂ ਮੇਲਾਂ ਜਾਣਗੀਆਂ ਤਾਂ ਸੋਚਣ ਵਾਸਤੇ ਜ਼ਰੂਰ ਮਜਬੂਰ ਹੋਣਗੇ। ਤਾਂ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਤੁਹਾਡੇ ਤੋਂ
ਉਮੀਦ ਕਰਦਾ ਹੈਗਾ ਕਿ ਤੁਸੀਂ ਇਹ ਜੇਕਰ ਮੇਰਾ ਮੈਸੇਜ ਤੁਹਾਨੂੰ ਚੰਗਾ ਲੱਗਿਆ ਸਾਰਿਆਂ ਨਾਲ ਸਾਂਝਾ ਕਰੋਗੇ ਤੇ ਮੇਲਸ ਜਿਹੜੀਆਂ ਹੈਗੀਆਂ ਨੇ ਉਹ ਜ਼ਰੂਰ ਕੈਪਟਨ ਅਮਰਿੰਦਰ ਸਿੰਘ ਨੂੰ ਕਰੋਗੇ ਤੇ ਨਾਲ ਦੀ ਨਾਲ ਅਖੀਰ ਦੇ ਉੱਤੇ ਸਾਰੇ ਹੀ ਉਹਨਾਂ ਸਾਥੀਆਂ ਨੂੰ ਜਿਨ੍ਹਾਂ ਨੇ ਕੱਲ ਆਨਲਾਈਨ ਲਾਈਵ ਹੋ ਕੇ ਸਾਡੇ ਸਾਥੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਕਿ ਇਹ ਪ੍ਰਧਾਨਗੀਆਂ ਵਾਸਤੇ ਤੇ 5-400 ਅਯੋਗ ਸਾਥੀ ਹੀ ਜਿਹੜੇ ਹੈਗੇ ਨੇ ਇਕੱਠ ਹੋਇਆ, ਉਹਨਾਂ ਨੂੰ ਤੇ ਉਹਨਾਂ ਦੇ ਜੰਮਣ ਵਾਲਿਆਂ ਨੂੰ ਇੱਕ ਵਾਰੀ ਫੇਰ ਮੈਂ ਫਿੱਟ ਲਾਹਨਤ ਭੇਜਦਾ। ਬਹੁਤ ਬਹੁਤ ਧੰਨਵਾਦ।